ਸਵਾਗਤ ਹੈ ਜੀ ਤੁਹਾਡਾ ਟੀਚਰ ਚੈਨਲ ਵਿੱਚ। ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੀ ਪੰਜਾਬੀ ਸਾਹਿਤ ਦੀ ਜਿਹੜੀ ਪ੍ਰਸ਼ਨ ਲੜੀ ਹੈ ਸ਼ੁਰੂ ਕੀਤੀ ਹੋਈ ਹੈ। ਇਸ ਤੋਂ ਇਲਾਵਾ ਸਾਇੰਸ, ਇਕਨੋਮਿਕਸ ਵੀ ਨਾਲ ਇੰਗਲਿਸ਼ ਵੀ ਚੱਲ ਰਿਹਾ, ਠੀਕ ਹੈ ਨਾ। ਸੋ ਆਪਾਂ ਪੰਜਾਬੀ ਸਾਹਿਤ ਦੀ ਜਿਹੜੀ ਪ੍ਰਸ਼ਨ ਨੰਬਰ 31 ਤੇ ਪਹੁੰਚ ਗਏ ਹਾਂ। ਸੋ ਕਰਦੇ ਹਾਂ, ਨਿਮਨ ਲਿਖਤ ਵਿੱਚੋਂ ਕਿਹੜੀ ਹੋਣਾ ਇੱਥੇ, ਠੀਕ ਹੈ ਜੀ। ਕਿਹੜੀ ਕਵਿਤਾ ਭਾਈ ਵੀਰ ਸਿੰਘ ਜੀ ਦੀ ਹੈ? ਊੜਾ ਆਪਸ਼ਨ ਹੈ ਪਿੰਜਰੇ ਪਿਆ ਪੰਛੀ, ਐੜਾ ਵੈਰੀ ਨਗ ਦਾ ਪਹਿਲਾ ਝਲਕਾ, ਈੜੀ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ, ਸੱਸਾ ਉਪਰੋਕਤ ਸਾਰੇ, ਠੀਕ ਹੈ ਜੀ। ਸੋ ਇਸ ਵਿੱਚ ਦੱਸਣਾ ਹੈ ਕਿ ਕਰੈਕਟ ਆਪਸ਼ਨ ਕੀ ਹੈ। ਤੁਸੀਂ ਵੀ ਨਾਲ ਆਪਣਾ ਦੇਖ ਲਿਆ ਕਰੋ, ਮਨ ਵਿੱਚ ਸੋਚ ਲਿਆ ਕਰੋ ਕਿ ਆਹ ਮੇਰਾ ਆਪਸ਼ਨ ਸੀ, ਮੇਰੇ ਕਿੰਨੇ ਸਹੀ ਗਏ ਤੇ ਕਿੰਨੇ ਗਲਤ ਗਏ, ਠੀਕ ਹੈ ਨਾ। ਪ੍ਰੈਕਟਿਸ ਹੋ ਜਾਂਦੀ ਆ। ਸੋ ਇਸ ਦਾ ਕਰੈਕਟ ਆਪਸ਼ਨ ਹੈ ਉਪਰੋਕਤ ਸਾਰੇ, ਠੀਕ ਹੈ। ਤਿੰਨੇ ਕਵਿਤਾਵਾਂ ਜਿਹੜੀਆਂ ਭਾਈ ਵੀਰ ਸਿੰਘ ਜੀ ਦੀਆਂ ਨੇ ਔਰ ਪੰਜਾਬੀ ਇਲੈਕਟਿਵ ਜਿਹੜੀ 12ਵੀਂ ਦੀ ਹੈ ਉਸ ਵਿੱਚ ਦਰਜ ਹਨ, ਠੀਕ ਹੈ ਜੀ। ਸੋ ਸਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 32 ਹੈ, ਪੰਜਾਬੀ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ? ਊੜਾ ਸ਼ਿਵ ਕੁਮਾਰ, ਐੜਾ ਭਾਈ ਵੀਰ ਸਿੰਘ ਜੀ, ਈੜੀ ਧਨੀ ਰਾਮ ਚਾਤ੍ਰਿਕ ਜੀ, ਸੱਸਾ ਪ੍ਰੋਫੈਸਰ ਪੂਰਨ ਸਿੰਘ, ਠੀਕ ਹੈ ਜੀ। ਸੋ ਇਸ ਦਾ ਕਰੈਕਟ ਆਪਸ਼ਨ ਕੀ ਹੈ? ਭਾਈ ਵੀਰ ਸਿੰਘ ਜੀ, ਠੀਕ ਹੈ ਜੀ। ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਵੀ ਲਿਖਿਆ ਮਿਲਦਾ ਹੈ, ਮੋਢੀ ਪਿਤਾਮਾ, ਠੀਕ ਹੈ ਨਾ, ਇੱਕੋ ਹੀ ਗੱਲ ਹੈ। ਅਗਲਾ ਕੁਐਸਚਨ ਦੇਖੋ, ਪ੍ਰਸ਼ਨ ਨੰਬਰ 33, ਭਾਈ ਵੀਰ ਸਿੰਘ ਜੀ ਤੋਂ ਪਹਿਲਾਂ ਕਵਿਤਾ ਕਿਸ ਤਰ੍ਹਾਂ ਲਿਖੀ ਜਾਂਦੀ ਸੀ? ਮਤਲਬ ਕਵਿਤਾ ਪਹਿਲਾਂ ਵੀ ਲਿਖੀ ਜਾਂਦੀ ਸੀ, ਪਰ ਕਿਸ ਤਰ੍ਹਾਂ ਲਿਖੀ ਜਾਂਦੀ ਸੀ? ਰਵਾਇਤੀ ਛੰਦ ਵਿੱਚ, ਠੀਕ ਹੈ ਜੀ। ਬਾਅਦ ਵਿੱਚ ਜਦੋਂ ਭਾਈ ਵੀਰ ਸਿੰਘ ਜੀ ਨੇ ਲਿਖਣਾ ਸ਼ੁਰੂ ਕੀਤਾ, ਠੀਕ ਹੈ ਨਾ, ਫਿਰ ਕਵਿਤਾ ਦੇ ਵਿੱਚ ਇੱਕ ਨਵਾਂ ਮੋੜ ਆਇਆ ਸੀ, ਠੀਕ ਹੈ ਨਾ। ਇਹ ਡਿਟੇਲ ਵਿੱਚ ਆ ਕਾਫੀ, ਠੀਕ ਹੈ ਨਾ। ਪ੍ਰਸ਼ਨ ਨੰਬਰ 34 ਹੈਗਾ, ਭਾਈ ਵੀਰ ਸਿੰਘ ਜੀ ਦੀ ਕਵਿਤਾ ਦੀ ਬੁਨਿਆਦ ਕੀ ਹੈ? ਠੀਕ ਹੈ ਨਾ, ਇਹ ਹੈ ਜੀ ਰਹੱਸਵਾਦ ਤੇ ਅਧਿਆਤਮਕਵਾਦ। ਮਤਲਬ ਉਹਨਾਂ ਦੀਆਂ ਕਵਿਤਾਵਾਂ ਵਿੱਚ ਕਿਸ ਤਰ੍ਹਾਂ ਦਾ ਰੰਗ ਮਿਲਦਾ ਹੈ, ਠੀਕ ਹੈ ਨਾ। ਅਗਲਾ ਕੁਐਸਚਨ ਹੈ ਪ੍ਰਸ਼ਨ ਨੰਬਰ 34, ਭਾਈ ਵੀਰ ਸਿੰਘ ਜੀ ਦਾ ਜਨਮ ਕਦੋਂ ਹੋਇਆ? ਭਾਈ ਵੀਰ ਸਿੰਘ ਜੀ ਦਾ ਜਨਮ ਹੋਇਆ 15 ਦਸੰਬਰ 1872 ਈਸਵੀ ਵਿੱਚ। ਤੇ ਨਾਲ ਹੀ ਨੋਟ ਕਰ ਲਓ, ਉਹਨਾਂ ਦੇ ਪਿਤਾ ਸੀਗੇ ਡਾਕਟਰ ਚਰਨ ਸਿੰਘ ਤੇ ਮਾਤਾ ਸੀ ਸ਼੍ਰੀਮਤੀ ਉੱਤਮ ਕੌਰ। ਇਹ ਸਾਰਾ ਕੁਝ ਜੋ ਹੈ ਤੁਹਾਨੂੰ 12ਵੀਂ ਕਲਾਸ ਦੀਆਂ ਇਲੈਕਟਿਵ ਪੰਜਾਬੀ ਦੀਆਂ ਬੁੱਕਸ 'ਚੋਂ ਮਿਲੇਗਾ, ਠੀਕ ਹੈ ਨਾ। ਲਾਜ਼ਮੀ 'ਚੋਂ ਮਿਲਦਾ ਤਾਂ ਹੈ ਪਰ ਇੰਨਾ ਜ਼ਿਆਦਾ ਨਹੀਂ ਮਿਲਦਾ ਜਿੰਨਾ ਕਿ ਇਲੈਕਟਿਵ ਪੰਜਾਬੀ 'ਚੋਂ ਮਿਲਦਾ। ਸੋ 12ਵੀਂ ਤੱਕ ਦਾ ਲੈਵਲ ਆ, ਸਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਜੋ ਵੀ ਪੰਜਾਬੀ ਸਾਹਿਤ ਲਈ ਕਹਿ ਰਹੇ ਅਸੀਂ ਕੀ ਪੜ੍ਹੀਏ, ਠੀਕ ਹੈ। ਇਹਦਾ ਘੇਰਾ ਤਾਂ ਬਹੁਤ ਵੱਡਾ ਹੈ, ਪਰ ਆਪਾਂ ਆਪਣੇ ਈਟੀਟੀ ਪੇਪਰ ਦੇ ਨੂੰ ਧਿਆਨ ਵਿੱਚ ਰੱਖਦੇ ਹੋਏ 12ਵੀਂ ਤੱਕ ਕਰਨਾ ਹੈ, ਠੀਕ ਹੈ। ਕੁਛ ਜੇ ਸਾਡਾ ਟਾਈਮ ਹੋਇਆ ਤਾਂ ਆਪਾਂ BA ਦਾ ਵੀ ਪੜ੍ਹ ਲਵਾਂਗੇ, ਠੀਕ ਹੈ ਨਾ। ਸੋ ਦੇਖ ਲੈਣਾ ਭਾਈ ਵੀਰ ਸਿੰਘ ਜੀ, ਠੀਕ ਹੈ। ਜੋ ਇਹਨਾਂ ਦੇ ਘਰ ਦਾ ਮਾਹੌਲ ਸੀ ਬੜਾ ਵਧੀਆ ਸੀਗਾ, ਠੀਕ ਹੈ ਨਾ। ਮਤਲਬ ਕਹਿਣ ਦਾ ਕਿ ਜਿਹੜੇ ਇਹਨਾਂ ਦੇ ਦਾਦਾ ਸੀ, ਨਾਨਾ ਸੀਗੇ, ਪਿਤਾ ਸੀ, ਠੀਕ ਹੈ ਨਾ, ਉਹਨਾਂ ਨੂੰ ਮਤਲਬ ਜਿਹੜਾ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਸੀ, ਜਿੱਦਾਂ ਬ੍ਰਜ ਭਾਸ਼ਾ, ਸੰਸਕ੍ਰਿਤ ਭਾਸ਼ਾ, ਫਾਰਸੀ ਭਾਸ਼ਾ, ਤੇ ਇਸ ਲਈ ਭਾਈ ਵੀਰ ਸਿੰਘ ਜੀ ਤੇ ਇਹਨਾਂ ਦਾ ਜਿਹੜਾ ਹੀ ਬਹੁਤ ਪ੍ਰਭਾਵ ਸੀਗਾ। ਅਗਲਾ ਕੁਐਸਚਨ ਹੈ ਪ੍ਰਸ਼ਨ ਨੰਬਰ 35, ਭਾਈ ਵੀਰ ਸਿੰਘ ਜੀ ਨੂੰ ਭਾਰਤੀ ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਲਈ ਮਿਲਿਆ? ਇਹ ਮਿਲਿਆ ਜੀ ਮੇਰੇ ਸਾਈਆਂ ਜੀਓ, ਠੀਕ ਹੈ ਜੀ। ਇਹ ਮਿਲਿਆ ਅਵਾਰਡ, ਜਿਹੜਾ ਇਹ ਅਵਾਰਡ ਮਿਲਿਆ ਇਹ ਮਿਲਿਆ ਕਦੋਂ? 1955 ਵਿੱਚ, ਠੀਕ ਹੈ ਜੀ। ਤੇ ਲਿਖੀ ਬੁੱਕ ਕਦੋਂ ਹੈ? 1953 ਦੇ ਵਿੱਚ। ਦੇਖੋ 2 ਸਾਲ ਬਾਅਦ ਹੀ ਅਵਾਰਡ ਮਿਲ ਜਾਣਾ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਇੱਕ ਲੇਖਕ ਲਈ, ਠੀਕ ਹੈ ਨਾ। ਔਰ ਭਾਈ ਵੀਰ ਸਿੰਘ ਜੀ ਨੂੰ ਭਾਰਤੀ ਸਾਹਿਤ ਅਕਾਦਮੀ ਅਵਾਰਡ, ਠੀਕ ਹੈ। ਚਾਰੇ ਪੁਆਇੰਟਸ ਨੋਟ ਕਰ ਲੈਣੇ। ਭਾਈ ਵੀਰ ਸਿੰਘ, ਭਾਰਤੀ ਸਾਹਿਤ ਅਕਾਦਮੀ ਅਵਾਰਡ, ਮੇਰੇ ਸਾਈਂ ਜੀਓ, ਠੀਕ ਹੈ। ਮਿਲਿਆ ਕਦੋਂ ਅਵਾਰਡ? 1955। ਤੇ ਇਹ ਬੁੱਕ ਕਦੋਂ ਲਿਖੀ ਗਈ ਸੀ? ਛਪੀ ਮਤਲਬ ਕਦੋਂ? 1953 ਦੇ ਵਿੱਚ, ਠੀਕ ਹੈ ਨਾ। ਕਿਉਂਕਿ ਇਹਨਾਂ ਵਿੱਚੋਂ ਕਿਸੇ ਤਰ੍ਹਾਂ ਵੀ ਮੋਲਡ ਕਰਕੇ ਕੁਐਸਚਨ ਜਿਹੜਾ ਆ ਸਕਦਾ ਹੈ, ਠੀਕ ਹੈ ਨਾ। ਪ੍ਰਸ਼ਨ ਨੰਬਰ 36, ਭਾਈ ਵੀਰ ਸਿੰਘ ਜੀ ਨੂੰ ਕਦੋਂ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਿਯੁਕਤ ਕੀਤਾ ਗਿਆ? ਇਹ ਕੀਤਾ ਗਿਆ ਜੀ 1952 ਵਿੱਚ। ਇਹ ਸਾਰਾ ਕੁਝ ਇਲੈਕਟਿਵ ਪੰਜਾਬੀ ਵਿੱਚ ਹੈ। ਮੈਂ ਬਾਰ-ਬਾਰ ਇਸ ਲਈ ਕਹਿ ਰਹੀ ਹਾਂ ਤਾਂ ਕਿ ਜਿਹੜੇ ਪੜ੍ਹਨਾ ਚਾਹੁੰਦੇ ਆ ਉਹ ਬੁੱਕਸ ਨੂੰ ਪੜ੍ਹ ਸਕਦੇ ਆ, ਠੀਕ ਹੈ ਜੀ। ਅਗਲਾ ਕੁਐਸਚਨ ਦੇਖੋ, ਭਾਰਤ ਵਿੱਚ ਛੰਦ ਵਿਦਿਆ ਨੂੰ ਕੀ ਕਹਿੰਦੇ ਹਨ? ਠੀਕ ਹੈ ਨਾ। ਦੇਖੋ ਛੰਦ ਕਵਿਤਾ ਇੱਕ ਸਾਹਿਤਕ ਵਿਧਾ, ਜਿੱਦਾਂ ਮਤਲਬ ਕਵਿਤਾਵਾਂ ਪੜ੍ਹਦੇ ਆ ਨਾ। ਕਵਿਤਾਵਾਂ ਨੂੰ ਇੱਕ ਤਾਂ ਖੁੱਲੀ ਕਵਿਤਾ ਹੁੰਦੀ ਹੈ ਜਿਹਦੇ ਵਿੱਚ ਕੋਈ ਤੁਕਾਂਤ ਮੇਲ ਨਹੀਂ ਹੁੰਦਾ, ਸਿਰਫ ਸਿੱਧੀ ਕਵਿਤਾ ਹੁੰਦੀ ਹੈ, ਖੁੱਲੀ ਹੁੰਦੀ ਹੈ, ਠੀਕ ਹੈ ਨਾ। ਅੱਜ ਕੱਲ੍ਹ ਉਸ ਕਵਿਤਾ ਦਾ ਰੁਝਾਨ ਜ਼ਿਆਦਾ ਹੈ, ਠੀਕ ਹੈ ਨਾ। ਪਰ ਪਹਿਲਾਂ ਜਿਹੜੀਆਂ ਕਵਿਤਾਵਾਂ ਸੀ ਜਿੱਦਾਂ ਅੰਮ੍ਰਿਤਾ ਪ੍ਰੀਤਮ, ਭਾਈ ਵੀਰ ਸਿੰਘ ਜੀ, ਹੋਰ ਵੀ ਜਿਹੜੇ ਸ਼ਿਵ ਕੁਮਾਰ, ਇਹ ਸਾਰੇ ਪੋਇਟ ਹੋਏ ਆ। ਇਹਨਾਂ ਨੇ ਕਵੀਆਂ ਨੇ ਕੀ ਕੀਤਾ ਹੈ? ਛੰਦ ਦੇ ਵਿੱਚ ਕਵਿਤਾ ਨੂੰ ਲਿਖਿਆ। ਜਿਹੜੇ ਸਾਡਾ ਹੀਰ ਰਾਂਝੇ ਦੇ ਕਿੱਸੇ ਆ, ਇਹ ਜੋ ਸਾਰੇ ਕਿੱਸੇ ਛੰਦ ਵਿੱਚ ਲਿਖੇ ਗਏ ਆ, ਠੀਕ ਹੈ ਜੀ। ਸੋ ਛੰਦ ਵਿੱਚ ਕੀ ਹੁੰਦਾ ਹੈ? ਕਵਿਤਾ ਨੂੰ ਜਿਹੜਾ ਮੈਂ ਮਾੜਾ ਜਿਹਾ ਤੁਹਾਨੂੰ ਤਾਂ ਦੱਸ ਰਹੀ ਹਾਂ ਜਿਨ੍ਹਾਂ ਨੂੰ ਨਹੀਂ ਪਤਾ, ਜਿਹੜੇ ਬੱਚੇ 10th ਕਲਾਸ ਤੋਂ ਸਿੱਧਾ ਸਾਇੰਸ ਵੱਲ ਚਲੇ ਗਏ, ਵੋਕੇਸ਼ਨਲ ਵੱਲ ਚਲੇ ਗਏ, ਠੀਕ ਹੈ ਨਾ। ਸੋ ਜਿਨ੍ਹਾਂ ਦਾ ਲਿੰਕ ਬਿਲਕੁਲ ਹੀ ਹੈ ਨਹੀਂ, ਉਹਨਾਂ ਨੂੰ ਪਤਾ ਨਹੀਂ ਹੋਵੇਗਾ, ਠੀਕ ਹੈ ਨਾ। ਜਿੰਨਾ ਆਪਾਂ ਦੱਸ ਸਕਦੇ ਹਾਂ ਦੱਸਾਂਗੇ, ਠੀਕ ਹੈ ਨਾ। ਤਾਂ ਛੰਦ ਕੀ ਹੁੰਦਾ ਕਿ ਕਵਿਤਾ ਵਿੱਚ ਕਿੰਨੀਆਂ ਸਤਰਾਂ ਰੱਖਣੀਆਂ, ਉਹਦੀ ਲੈਅ ਕਿੱਦਾਂ ਦੀ ਹੋਣੀ ਚਾਹੀਦੀ, ਉਹਦਾ ਤੁਕਾਂਤ ਮੇਲ ਹੁੰਦਾ ਕਿ ਨਹੀਂ, ਤੁਕਾਂਤ ਮੇਲ, ਠੀਕ ਹੈ ਨਾ, ਰੱਖਣਾ। ਜਿੱਦਾਂ ਗਾਣਿਆਂ ਦਾ ਤੁਕਾਂਤ ਮੇਲ ਹੁੰਦਾ ਨਾ, ਇੱਦਾਂ ਕਵਿਤਾ ਦਾ ਤੁਕਾਂਤ ਮੇਲ ਵੀ ਹੁੰਦਾ ਹੈ, ਪਿਛਲੀ ਤੁਕ ਦਾ ਮੇਲ, ਠੀਕ ਹੈ ਜੀ, ਠੀਕ ਹੈ ਨਾ।
ਸੋ ਉਸ ਨੂੰ ਛੰਦ ਕਿਹਾ ਜਾਂਦਾ ਹੈ। ਠੀਕ ਹੈ, ਸਾਰਾ ਪ੍ਰਬੰਧ ਛੰਦ ਦੇ ਵਿੱਚ ਆ ਜਾਂਦਾ। ਤੇ ਭਾਰਤ ਵਿੱਚ ਛੰਦ ਵਿਦਿਆ ਨੂੰ ਕੀ ਕਿਹਾ ਜਾਂਦਾ ਹੈ? ਛੰਦ ਸ਼ਾਸਤਰ ਜਾਂ ਪਿੰਗਲ ਸ਼ਾਸਤਰ। ਹੁਣ ਆ ਪਿੰਗਲ ਸ਼ਾਸਤਰ ਦਾ ਤੁਹਾਨੂੰ ਅਗਲੇ ਕੁਐਸਚਨਾਂ ਦੇ ਵਿੱਚ ਕਲੀਅਰ ਹੋਊਗਾ। ਪ੍ਰਸ਼ਨ ਨੰਬਰ 38, ਭਾਰਤ ਵਿੱਚ ਛੰਦ ਵਿਦਿਆ ਦਾ ਸਭ ਤੋਂ ਪੁਰਾਣਾ ਗ੍ਰੰਥ ਕਿਹੜਾ ਹੈ? ਕਿਹੜਾ ਹੈ? ਛੰਦ ਸੂਤਰ। ਕਿਹੜਾ ਹੈ? ਛੰਦ ਸੂਤਰ। ਠੀਕ ਹੈ ਜੀ। अगला क्वेश्चन देखो, छंद सूत्र की रचना किसने की है? ऊड़ा पाणिनी, ऐड़ा चाणक्य, ईड़ी पिंगल ऋषि ते सस्सा कोई भी नहीं। सो इसका करैक्ट ऑप्शन है पिंगल ऋषि। ठीक है जी, पिंगल ऋषि जी ने की किया, इन्होंने छंद सूत्र की रचना की आ। ते इसे तो जो फिर इसे तो नाम की पै गया वा? पिंगल शास्त्र। हुण आ क्लीयर होगा क्वेश्चन तुहानूं। ठीक है ना, उन्होंने नाम तो ही छंद शास्त्र नूं पिंगल शास्त्र कहना शुरू हो गया। ठीक है ना, क्योंकि ये बहुत पुराना ग्रंथ है छंद सूत्र। ठीक है जी, छंद विद्या का, भारतीय छंद विद्या का। प्रश्न नंबर 39 देखो, पश्चिमी भारती ते पश्चिमी विद्वानां अनुसार ਸਾਹਿਤ ਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਹੈ? ਕਿਹੜੇ ਤੱਤ ਜਿਹੜੇ ਆ ਸਾਹਿਤ, ਜਦੋਂ ਦੇਖੋ ਕੋਈ ਵੀ ਸਾਹਿਤ ਰਚਿਆ ਜਾਂਦਾ ਹੈ ਨਾ, ਚਾਹੇ ਉਹ ਕਵਿਤਾ ਹੋਵੇ, ਚਾਹੇ ਕਹਾਣੀ ਹੋਵੇ, ਚਾਹੇ ਰੇਖਾ ਚਿੱਤਰ ਹੋਵੇ, ਕੁਝ ਵੀ ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਨੇ। ਠੀਕ ਹੈ ਜੀ, ਬਹੁਤ ਸਾਰੇ। ਠੀਕ ਹੈ ਨਾ, ਸੋ ਉਸ ਸਾਹਿਤ ਨੂੰ ਰਚਣ ਦੇ ਲਈ ਉਹਦੇ ਕੁਝ ਤੱਤ ਹੁੰਦੇ ਆ ਜੋ ਉਹਦੇ ਵਿੱਚ ਹੋਣੇ ਜ਼ਰੂਰੀ ਆ। ਸੋ ਇਹ ਕੀ ਆ? ਭਾਰਤੀ ਤੇ ਪੱਛਮੀ ਵਿਦਵਾਨਾਂ ਅਨੁਸਾਰ ਸਾਹਿਤ ਵਿੱਚ ਕਿਹੜੇ ਤੱਤ ਹੋਣੇ ਚਾਹੀਦੇ ਹਨ? ਊੜਾ ਭਾਵ ਤੱਤ, ਐੜਾ ਬੁੱਧੀ ਤੱਤ, ਈੜੀ ਕਲਪਨਾ ਤੱਤ, ਸੱਸਾ ਸ਼ੈਲੀ ਤੱਤ, ਹਾਹਾ ਉਪਰੋਕਤ ਸਾਰੇ। ਸੋ ਇਸ ਦਾ ਕਰੈਕਟ ਆਪਸ਼ਨ ਹੈ ਉਪਰੋਕਤ ਸਾਰੇ। ਇਹ ਸਾਰੇ ਤੱਤ ਹੀ ਜਿਹੜੇ ਕੀ ਨੇ ਕਿਸੇ ਵੀ ਸਾਹਿਤ ਦੀ ਰਚਨਾ ਵਿੱਚ ਜ਼ਰੂਰੀ ਨੇ ਔਰ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਠੀਕ ਹੈ ਜੀ, ਮੈਂ ਲਿਖੇ ਵੀ ਸੀਕੁਐਂਸ ਹੀ ਹੈ, ਪਹਿਲਾਂ ਭਾਵ ਤੱਤ, ਫਿਰ ਬੁੱਧੀ ਤੱਤ, ਫਿਰ ਕਲਪਨਾ ਆਉਂਦੀ, ਫਿਰ ਸ਼ੈਲੀ। ਠੀਕ ਹੈ ਜੀ। ਅਗਲਾ ਕੁਐਸਚਨ ਦੇਖੋ, ਵਿਚਾਰਾਂ ਤੱਥਾਂ ਤੇ ਸਿਧਾਂਤਾਂ ਨਾਲ ਸੰਬੰਧਿਤ ਸਾਹਿਤ ਦਾ ਕਿਹੜਾ ਤੱਤ ਹੈ? ਹੁਣ ਉੱਪਰ ਆਪਾਂ ਤੱਤ ਪੜ੍ਹ ਕੇ ਆਏ ਨਾ, ਉਹਨਾਂ ਚੋਂ ਵਿਚਾਰਾਂ ਤੱਥਾਂ ਤੇ ਸਿਧਾਂਤਾਂ ਨਾਲ ਸੰਬੰਧਿਤ ਕਿਹੜਾ ਤੱਤ ਹੈ? ਤੁਸੀਂ ਦੇਖੋ ਕੀ ਹੈ ਆਪਸ਼ਨ। ਊੜਾ ਆਪਸ਼ਨ ਭਾਵ ਤੱਤ, ਐੜਾ ਬੁੱਧੀ ਤੱਤ, ਈੜੀ ਹੈਗਾ ਕਲਪਨਾ ਤੱਤ, ਸੱਸਾ ਹੈਗਾ ਸ਼ੈਲੀ ਤੱਤ। ਸੋ ਇਸ ਦਾ ਕਰੈਕਟ ਆਪਸ਼ਨ ਹੈ ਬੁੱਧੀ ਤੱਤ। ਠੀਕ ਹੈ ਨਾ, ਵਿਚਾਰਾਂ ਤੱਥਾਂ ਸਿਧਾਂਤਾਂ ਦਾ ਸਾਰਾ ਕੁਝ ਜੋ ਇਹ ਹੈਗਾ, ਇਹਦਾ ਜਿਹੜਾ ਸੰਬੰਧ ਹੈ ਬੁੱਧੀ ਤੱਤ ਦੇ ਨਾਲ ਹੈ। ਠੀਕ ਹੈ ਜੀ। ਪ੍ਰਸ਼ਨ ਨੰਬਰ 41 ਕਿਸੇ ਵੀ ਕਾਵਿ ਜਾਂ ਸਾਹਿਤ ਦਾ ਸਰੀਰ ਕਿਸ ਨੂੰ ਮੰਨਿਆ ਜਾਂਦਾ ਹੈ? ਠੀਕ ਹੈ ਜੀ, ਇਹ BA ਵਿੱਚੋਂ ਕੁਐਸਚਨ ਮੈਂ ਚੱਕਿਆ ਛੰਦ ਵਾਲੇ ਸਾਰੇ। ਠੀਕ ਹੈ ਨਾ, ਤਾਂ ਕਿ ਆਪਣਾ ਵੈਸੇ ਇਹ ਇਲੈਕਟਿਵ ਪੰਜਾਬੀ 'ਚ ਵੀ ਹੈ, ਪੰਜਾਬੀ ਦੇ ਵਿੱਚ। ਹਾਂਜੀ, ਦੇਖੋ ਕੀ ਹੈ ਇਸਦੇ ਆਪਸ਼ਨ, ਭਾਵ ਤੱਤ, ਬੁੱਧੀ ਤੱਤ, ਈੜੀ ਕਲਪਨਾ ਤੱਤ, ਸੱਸਾ ਸ਼ੈਲੀ ਤੱਤ। ਦੇਖੋ ਹੁਣ ਕੀ ਹੈ, ਕਿਸੇ ਵੀ ਕਾਵਿ ਜਾਂ ਸਾਹਿਤ ਦਾ ਸਰੀਰ ਕੀ ਹੈ? ਕੋਈ ਵੀ ਸਾਹਿਤ ਰਚਿਆ ਜਾਂਦਾ ਉਹਦਾ ਸਰੀਰ ਕਿਸ ਨੂੰ ਕਿਹਾ? ਕਿਹੜੇ ਤੱਤ ਨੂੰ ਕਿਹਾ ਜਾਂਦਾ? ਸ਼ੈਲੀ ਤੱਤ ਨੂੰ। ਕਿਸ ਨੂੰ ਕਿਹਾ ਜਾਂਦਾ? ਸ਼ੈਲੀ ਤੱਤ ਨੂੰ। ਕਿਉਂਕਿ ਇਹ ਤਿੰਨੇ ਤੱਤ ਜਿਹੜੇ ਆ, ਇਹਨਾਂ ਦਾ ਸਾਰਾ ਸੁਮੇਲ ਜੋ ਹੈ, ਜੋ ਵੀ ਤਾਲਮੇਲ ਵੱਜਦਾ ਹੈ, ਉਹ ਕਿਹਦੇ ਅੰਦਰ ਵੱਜਦਾ ਹੈ? ਸ਼ੈਲੀ ਤੱਤ। ਸ਼ੈਲੀ ਦਾ ਮਤਲਬ ਕੀ ਹੁੰਦਾ ਆ? ਕਿਸੇ ਵੀ ਸਾਹਿਤਕ ਰਚਨਾ ਨੂੰ ਲਿਖਣ ਦਾ ਢੰਗ ਕੀ ਹੈ, ਕਿਸ ਤਰੀਕੇ ਨਾਲ ਅਸੀਂ ਉਹਦੇ ਵਿੱਚ ਭਾਵ ਆਪਣੇ ਵਿਅਕਤ ਕਰ ਰਹੇ ਹਾਂ, ਕਿਸ ਤਰੀਕੇ ਨਾਲ ਅਸੀਂ ਬੁੱਧੀ ਤੱਤ ਮਤਲਬ ਸਿਧਾਂਤ ਪੇਸ਼ ਕਰ ਰਹੇ ਹਾਂ, ਕਲਪਨਾ ਕਿਵੇਂ ਯੂਜ਼ ਕਰ ਰਹੇ ਹਾਂ। ਠੀਕ ਹੈ ਨਾ, ਸਟਾਈਲ ਕੀ ਆ। ਠੀਕ ਹੈ ਨੀ। ਅਗਲਾ ਹੈ ਪ੍ਰਸ਼ਨ ਨੰਬਰ 42, ਸ਼ੈਲੀ ਤੱਤ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਇਹ ਵੰਡਿਆ ਗਿਆ ਜੀ 2। ਕਿਹੜੇ ਸ਼ਬਦ ਤੱਤ ਤੇ ਅਰਥ ਤੱਤ। ਠੀਕ ਹੈ ਜੀ, ਸ਼ਬਦ ਤੱਤ ਤੇ ਅਰਥ ਤੱਤ ਦੇ ਵਿੱਚ। ਠੀਕ ਹੈ ਜੀ, ਦੇਖੋ ਸ਼ਬਦ ਤੱਤ ਵਿੱਚ ਕੀ ਆ ਜਾਂਦਾ? ਦੇਖੋ ਜਿਹੜੇ ਆਪਾਂ ਕੋਈ ਵੀ ਸਾਹਿਤ ਰਚਿਆ ਜਾਂਦਾ ਉਹਦੇ ਵਿੱਚ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਆ, ਜੇ ਤਾਂ ਉਹ ਸਾਰਥਕ ਆ ਤਾਂ ਉਹ ਬਹੁਤ ਵਧੀਆ ਰਚਨਾ ਮੰਨੀ ਜਾਵੇਗੀ। ਜੇ ਉਹਨਾਂ ਦਾ ਕੋਈ ਅਰਥ ਹੀ ਹੈ ਨਹੀਂ, ਠੀਕ ਹੈ ਨਾ, ਤੇ ਉਹ ਨਹੀਂ। ਠੀਕ ਹੈ ਜੀ, ਤੇ ਅਰਥ ਤੱਤ ਵੀ ਨਾਲ ਇਹਦਾ ਇੱਕ ਭਾਗ ਹੈ। ਠੀਕ ਹੈ ਜੀ। ਅਗਲਾ ਹੈ ਪ੍ਰਸ਼ਨ ਨੰਬਰ 43, ਭਾਰਤੀ ਚਿੰਤਕਾਂ ਨੇ ਸਾਹਿਤ ਨੂੰ ਕੀ ਮੰਨਿਆ ਹੈ? ਦੇਖੋ ਭਾਰਤੀ ਚਿੰਤਕਾਂ ਨੇ ਸਾਹਿਤ ਨੂੰ ਕੀ ਮੰਨਿਆ ਹੈ? ਇਹ ਮੰਨਿਆ ਜੀ ਸਤਿਅਮ ਸ਼ਿਵਮ ਤੇ ਸੁੰਦਰਮ। ਠੀਕ ਹੈ ਜੀ, ਇਹ ਯਾਦ ਰੱਖਣਾ ਚੰਗੀ ਤਰ੍ਹਾਂ। ਠੀਕ ਹੈ ਜੀ, ਸਤਿਅਮ ਸ਼ਿਵਮ ਸੁੰਦਰਮ ਮਤਲਬ ਸੱਤ ਨਾਲ ਸੁੰਦਰਤਾ ਵੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਠੀਕ ਹੈ ਜੀ, ਸਤਿਅਮ ਸ਼ਿਵਮ ਤੇ ਸੁੰਦਰਮ। ਠੀਕ ਹੈ, ਤੇ ਨਾਲ ਕਲਪਨਾ ਮਤਲਬ ਸਾਰਾ ਜੇ ਕੋਈ ਸਾਹਿਤ ਰਚਿਆ ਜਾ ਰਿਹਾ ਉਹ ਸੱਤ ਮਤਲਬ ਇਹਦੇ ਵਿੱਚ ਸੱਤ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਸੁੰਦਰਤਾ ਵੀ ਹੋਣੀ ਚਾਹੀਦੀ ਹੈ ਨਾਲ। ਠੀਕ ਹੈ ਨਾ। ਅੱਗੇ ਹੈ ਜੀ ਪ੍ਰਸ਼ਨ ਨੰਬਰ 44, ਇਹਦਾ ਤੁਸੀਂ ਇਹਨੂੰ ਆਪਾਂ ਫਿਰ ਕਿਸੇ ਪ੍ਰਸ਼ਨਾਂ ਦੇ ਵਿੱਚ ਚਰਚਾ ਕਰਾਂਗੇ ਸਤਿਅਮ ਸ਼ਿਵਮ ਸੁੰਦਰਮ ਤੇ। ਠੀਕ ਹੈ ਜੀ। ਪ੍ਰਸ਼ਨ ਨੰਬਰ 44 ਕੀ ਹੈ? ਸਾਹਿਤ ਸ਼ਬਦ ਅੰਗਰੇਜ਼ੀ ਦੇ ਕਿਸ ਸ਼ਬਦ ਦਾ ਸਮਾਨਾਰਥੀ ਹੈ? ਇਹ ਹੈ ਜੀ ਲਿਟਰੇਚਰ। ਠੀਕ ਹੈ ਜੀ। ਅਗਲਾ ਕੁਐਸਚਨ ਜਿਹੜਾ ਇਸ ਦਾ ਉੱਤਰ ਤੁਸੀਂ ਦੇਣਾ ਮੈਨੂੰ ਕਮੈਂਟ ਬਾਕਸ ਵਿੱਚ। ਸਮਾਜ ਦਾ ਦਰਪਣ ਕਹਾਉਂਦਾ ਹੈ? ਊੜਾ ਸੱਭਿਆਚਾਰ, ਐੜਾ ਭਾਸ਼ਾ, ਕਹਾਉਂਦਾ ਜਾਂ ਕਹਾਉਂਦੀ ਭਾਸ਼ਾ, ਈੜੀ ਸੰਚਾਰ ਤੇ ਸੱਸਾ ਸਾਹਿਤ। ਠੀਕ ਹੈ ਜੀ, ਇਸ ਦਾ ਉੱਤਰ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੇਣਾ ਹੈ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਲੈਣਾ। ਇਸ ਲੜੀ ਦੇ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ।